ਹੈਲੋ ਫਰੈਂਡਸ, ਦਿਸ ਇਜ਼ ਹਰਵਿੰਦਰ ਸਿੰਘ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 10ਵੀਂ ਸਾਹਿਤਮਾਲਾ ਪੁਸਤਕ ਵਿੱਚੋਂ ਵਾਰਤਕ ਲੇਖ ਜਿਸ ਦਾ ਨਾਮ ਮੇਰੇ ਵੱਡੇ ਵਡੇਰੇ, ਜਿਸ ਦੇ ਲੇਖਕ ਹਨ ਗਿਆਨੀ ਗੁਰਦਿੱਤ ਸਿੰਘ। ਦੋਸਤੋ, ਇਸ ਗੱਲ ਦਾ ਧਿਆਨ ਰੱਖੋ ਕਿ ਇੱਕ ਐਕਸਪਲੇਨੇਸ਼ਨ ਐਂਡ ਸਮਰੀ ਵੀਡੀਓ ਹੈ ਜਿਸ ਵਿੱਚ ਅਸੀਂ ਇਸ ਪਾਰਟ ਦੀ ਐਕਸਪਲੇਨੇਸ਼ਨ ਐਂਡ ਸਮਰੀ ਨੂੰ ਕਵਰ ਕੀਤਾ ਹੈ। ਪਰ ਜੇ ਆਪ ਸਾਰਿਆਂ ਨੇ ਇਸ ਪਾਰਟ ਦੇ ਪ੍ਰਸ਼ਨ ਉੱਤਰ ਕਰਨੇ ਹਨ ਤਾਂ ਅਸੀਂ ਉਸ ਦੀ ਅਲੱਗ ਤੋਂ ਵੀਡੀਓ ਬਣਾਈ ਹੈ ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਤੇ ਇਸ ਪਾਠ ਵਿੱਚ ਲੇਖਕ ਨੇ ਆਪਣੇ ਦਾਦਿਆਂ ਦੀ, ਆਪਣੇ ਵਡੇਰਿਆਂ ਦੀ ਗੱਲ ਹੈ ਉਹ ਕੀਤੀ ਹੈ। ਤੇ ਸ਼ੁਰੂ ਵਿੱਚ ਲੇਖਕ ਲਿਖਦੇ ਹਨ ਕਿ ਮੇਰੇ ਦਾਦੇ ਪੜਦਾਦੇ ਵੱਡੇ ਵਡੇਰੇ ਕਿਸੇ ਰਾਜੇ ਨਵਾਬ ਦੇ ਨੌਕਰ, ਰਈਸ ਜਾਂ ਬਖਤਾਵਰ ਦਾ ਅਰਥ ਹੁੰਦਾ ਭਾਗਸ਼ਾਲੀ ਨਹੀਂ ਸਨ। ਨਾ ਹੀ ਕੋਈ ਉਹ ਅਧਿਆਤਮਕ ਖੇਤਰ ਵਿੱਚ ਦਰਜਾ ਰੱਖਦੇ ਸਨ, ਨਾ ਹੀ ਉਹ ਵਿਦਵਾਨ ਸਨ। ਉਹ ਤਾਂ ਆਪਣੇ ਜ਼ਮਾਨੇ ਦੇ ਪੁਰਖੇ, ਆਪਣੇ ਜ਼ਮਾਨੇ ਦੇ ਵਡੇਰੇ, ਆਪਣੇ ਜ਼ਮਾਨੇ ਦੇ ਲੋਕ ਸਨ। ਰੱਜ ਕੇ ਖਾਂਦੇ ਸਨ ਅਤੇ ਦੱਬ ਕੇ ਆਵਾਂਦੇ ਸਨ। ਉਹ ਕਿਸਾਨ ਸਨ ਪਰ ਉਹ ਪਹਿਲਵਾਨ ਕਿਸਮ ਦੇ ਲੋਕ ਸਨ। ਉਹਨਾਂ ਦਾ ਸਰੀਰ ਪਹਿਲਵਾਨ ਵਰਗਾ ਸੀ। ਤੇ ਉਸ ਤੋਂ ਉਲਟ ਲੇਖਕ ਦਾ ਸਰੀਰ ਕਿਹੋ ਜਿਹਾ ਸੀ? ਲੇਖਕ ਦਾ ਸਰੀਰ ਮਾੜਾ ਜਿਹਾ ਸੀ। ਇਸ ਦਾ ਮਤਲਬ ਹੈ ਕਿ ਉਹ ਇਕਹਿਰੇ ਜੁੱਸੇ ਵਾਲਾ ਸੀ। ਲੇਖਕ ਕਾਫੀ ਪਤਲਾ ਸੀ। ਇਸ ਕਰਕੇ ਪਿੰਡ ਦੇ ਲੋਕ ਲੇਖਕ ਨੂੰ ਕਾਗਜ਼ੀ ਪਹਿਲਵਾਨ ਕਹਿੰਦੇ ਸਨ। ਤੇ ਲੇਖਕ ਲਿਖਦੇ ਹਨ ਕਿ ਉਸਨੇ ਆਪਣੇ ਦਾਦਿਆਂ ਨੂੰ, ਆਪਣੇ ਵਡੇਰਿਆਂ ਨੂੰ ਕਦੇ ਅੱਖੀਂ ਨਹੀਂ ਦੇਖਿਆ, ਸਿਰਫ ਉਹਨਾਂ ਦੀਆਂ ਕਹਾਣੀਆਂ ਹੀ ਸੁਣੀਆਂ ਹਨ। ਤੇ ਲੇਖਕ ਦੇ ਵਡੇਰੇ 4 ਭਰਾ ਸਨ। ਕੀ ਨਾਂ ਸਨ ਉਹਨਾਂ ਦੇ? ਉਹਨਾਂ ਦੇ ਨਾਂ ਸਨ ਦਾਸ, ਪੁੰਨੂ, ਰਾਮ ਦਿੱਤਾ, ਸਾਹਿਬ ਸਿੰਘ। ਤੇ ਉਸ ਤੋਂ ਬਾਅਦ ਸਾਨੂੰ ਲੇਖਕ ਨੇ ਵਡੇਰਿਆਂ ਦੇ ਕੁਝ ਕਿੱਸੇ ਦੱਸੇ ਹਨ। ਤੇ ਹੋਇਆ ਕੀ? ਸਭ ਤੋਂ ਪਹਿਲਾ ਕਿੱਸਾ ਕਿ ਇੱਕ ਵਾਰੀ ਛਾਪੇ ਪਿੰਡ ਵਾਲਿਆਂ ਨੇ ਰਿਸ਼ਤੇਦਾਰੀ ਹੋਣ ਕਰਕੇ ਬਾਬਿਆਂ ਨੂੰ, ਲੇਖਕ ਦੇ ਦਾਦਿਆਂ ਨੂੰ, ਵਡੇਰਿਆਂ ਨੂੰ ਵਿਆਹ ਤੇ ਸੱਦਿਆ। ਤੇ ਗੁੜ ਦੇ ਪ੍ਰਸ਼ਾਦ ਦਾ ਕਾਫੀ ਵੱਡਾ ਕੜਾਹਾ ਬਣਾਇਆ ਗਿਆ। ਤੇ ਛਾਪੇ ਪਿੰਡ ਵਾਲਿਆਂ ਨੇ ਸੋਚਿਆ ਕਿ ਪ੍ਰਸ਼ਾਦ ਪਹਿਲਾਂ ਸ਼ਰੀਕੇ ਨੂੰ, ਰਿਸ਼ਤੇਦਾਰਾਂ ਨੂੰ ਖਵਾਵਾਂਗੇ। ਪਰ ਲੇਖਕ ਦੇ ਵਡੇਰਿਆਂ ਨੇ ਕੀ ਕੀਤਾ? ਲੇਖਕ ਦੇ ਵਡੇਰੇ ਪ੍ਰਸ਼ਾਦ ਦਾ ਕੜਾਹਾ ਪਹਿਲਾਂ ਹੀ ਖਾਣ ਲੱਗ ਪਏ ਤੇ ਉਹਨਾਂ ਨੇ ਸਾਰਾ ਪ੍ਰਸ਼ਾਦ ਦਾ ਕੜਾਹਾ ਖਤਮ ਕਰਤਾ ਤੇ ਵਰਤਾਰੇ ਵੀ ਇੱਧਰ ਉੱਧਰ ਦੇਖਦੇ ਹੀ ਰਹਿ ਗਏ। ਤੇ ਇਸ ਗੱਲ ਤੇ ਛਾਪੇ ਪਿੰਡ ਵਾਲੇ ਨਾਰਾਜ਼ ਹੋ ਗਏ ਕਿ ਉਹਨਾਂ ਨੇ ਸਾਰਾ ਪ੍ਰਸ਼ਾਦ ਖਾ ਲਿਆ ਤੇ ਉਹਨਾਂ ਨੇ ਲੇਖਕ ਦੇ ਵਡੇਰਿਆਂ ਦੇ ਨਾਲ ਨਾਤਾ ਤੋੜ ਦਿੱਤਾ। ਤੇ ਉਸ ਤੋਂ ਬਾਅਦ ਲੇਖਕ ਲਿਖਦੇ ਹਨ ਕਿ ਜਦੋਂ ਮੇਰੇ ਵਰਗਾ ਥੋੜਾ ਖਾਣ ਵਾਲੇ ਆਏ ਤਾਂ ਹੀ ਛਾਪੇ ਪਿੰਡ ਵਾਲਿਆਂ ਨਾਲ ਥੋੜਾ ਮੇਲ ਜੋਲ ਸ਼ੁਰੂ ਹੋਇਆ। ਤੇ ਇਹ ਤਾਂ ਸੀਗਾ ਇੱਕ ਕਿੱਸਾ। ਤੇ ਹੁਣ ਇਸ ਤੋਂ ਬਾਅਦ ਸਾਨੂੰ ਦੂਜਾ ਕਿੱਸਾ ਦੱਸਿਆ ਗਿਆ। ਤੇ ਹੋਇਆ ਕਿ ਪੁਰਾਣੇ ਸਮਿਆਂ ਵਿੱਚ ਪਹਿਲਵਾਨ ਲੋਕ ਦਿਗਵਿਜੇ ਦਾ ਝੰਡਾ ਲੈ ਕੇ, ਜਿਸ ਨੂੰ ਵਿਜੇ ਪਤਾਕਾ ਵੀ ਕਿਹਾ ਜਾਂਦਾ, ਉਹ ਪਿੰਡਾਂ ਵਿੱਚ ਜਾ ਕੇ ਝੰਡਾ ਗੱਡ ਦਿੰਦੇ ਸਨ। ਤੇ ਝੰਡਾ ਗੱਡਣ ਦਾ ਕੀ ਅਰਥ ਹੁੰਦਾ? ਇਸ ਦਾ ਅਰਥ ਹੁੰਦਾ ਹੈ ਕਿ ਜੇ ਕੋਈ ਪਿੰਡ ਵਿੱਚ ਪਹਿਲਵਾਨ ਹੈ ਤਾਂ ਸਾਡੇ ਨਾਲ ਘੁਲੇ, ਨਹੀਂ ਤਾਂ ਉਸਨੂੰ ਪੱਕੀ ਰਸਦ ਹੁੰਦੀ ਹੈ, ਰਾਸ਼ਨ ਦੇਣਾ ਪਏਗਾ। ਤੇ ਪਿੰਡ ਵਾਲਿਆਂ ਲਈ ਪਹਿਲਵਾਨ ਦਾ ਸਵਾਗਤ ਕਰਨਾ ਬਹੁਤ ਜ਼ਰੂਰੀ ਹੁੰਦਾ ਸੀ। ਤੇ ਪਹਿਲਵਾਨ ਨਾਲ ਕੌਣ ਹੁੰਦਾ ਸੀਗਾ? ਪਹਿਲਵਾਨ ਦੇ ਨਾਲ ਢੋਲ ਵਾਲੇ ਵੀ ਹੁੰਦੇ ਸੀਗੇ ਤੇ ਪਹਿਲਵਾਨ ਦੇ ਚੇਲੇ ਵੀ ਹੁੰਦੇ ਸੀਗੇ। ਤੇ ਹੋਇਆ ਕਿ ਇੱਕ ਵਾਰੀ ਜੰਗਲ ਦਾ ਪੁੱਤਰਿਆ ਮਛਰਿਆ ਪਹਿਲਵਾਨ ਲੇਖਕ ਦੇ ਪਿੰਡ ਆਇਆ ਤੇ ਉਸਨੇ ਆਪਣੀ ਵਿਜੇ ਪਤਾਕਾ ਲਹਿਰਾਈ, ਆਪਣਾ ਦਿਗਵਿਜੇ ਦਾ ਝੰਡਾ ਗੱਡਿਆ ਅਤੇ ਪਿੰਡ ਦੇ ਚੌਧਰੀ ਚੜ੍ਹਤ ਸਿੰਘ ਨੇ ਪਹਿਲਵਾਨ ਦਾ ਸਵਾਗਤ ਕੀਤਾ। ਤੇ ਪਹਿਲਵਾਨ ਨੂੰ ਬਹੁਤ ਹੰਕਾਰ ਸੀ। ਕਿਸ ਗੱਲ ਦਾ ਹੰਕਾਰ ਸੀ? ਕਿ ਲੇਖਕ ਦਾ ਪਿੰਡ ਤਾਂ ਬਹੁਤ ਛੋਟਾ ਸੀ ਤੇ ਉਸ ਪਿੰਡ ਵਿੱਚ ਉਸਨੇ ਕਿਸੇ ਪਹਿਲਵਾਨ ਦਾ ਨਾਂ ਵੀ ਨਹੀਂ ਸੀ ਸੁਣਿਆ। ਤੇ ਪਹਿਲਵਾਨ ਨੇ ਚੌਧਰੀ ਨੂੰ ਕਿਹਾ ਕਿ ਇੱਥੇ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਹੀ ਨਹੀਂ, ਤੁਸੀਂ ਪੱਕੀ ਰਸਦ ਮੇਰੇ ਹਵਾਲੇ ਕਰੋ ਤੇ ਅਸੀਂ ਅਗਲੇ ਪਿੰਡ ਜਾਈਏ। ਤੇ ਰਸਦ ਵਿੱਚ, ਰਾਸ਼ਨ ਵਿੱਚ ਕੀ ਦੇਣਾ ਸੀਗਾ? ਧੜੀ ਘਿਓ ਦਾ ਅਰਥ ਹੁੰਦਾ 5 ਕਿਲੋ ਘਿਓ ਦੇਣਾ ਸੀਗਾ, ਬਦਾਮ ਦੇਣੇ ਸੀਗੇ, ਮੇਵੇ ਦੇਣੇ ਸੀਗੇ ਤੇ ਗੁੜ ਤੇ ਖੰਡ ਵੀ ਦੇਣੀ ਸੀ। ਤੇ ਉਸ ਸਮੇਂ 82 ਦਾ ਕਾਲ ਵੀ ਚੱਲ ਰਿਹਾ ਸੀ। 82 ਦਾ ਕਾਲ ਦਾ ਕੀ ਅਰਥ ਹੈ ਕਿ 1882 ਵਿੱਚ ਪਿੰਡ ਵਿੱਚ ਅੰਨ ਦੀ ਘਾਟ ਸੀ ਤੇ ਉਸ ਸਮੇਂ ਨੂੰ 82 ਦਾ ਕਾਲ ਕਿਹਾ ਗਿਆ। ਤੇ 82 ਦਾ ਕਾਲ ਵੀ ਚੱਲ ਰਿਹਾ ਸੀ। ਤੇ ਚੌਧਰੀ ਚੜ੍ਹਤ ਸਿੰਘ ਬਹੁਤ ਸਿਆਣਾ ਸੀ ਤੇ ਉਸਨੇ ਪਹਿਲਵਾਨ ਨੂੰ ਕੀ ਕਿਹਾ? ਤੇ ਉਸਨੇ ਪਹਿਲਵਾਨ ਨੂੰ ਕਿਹਾ ਕਿ ਤੁਸੀਂ ਰਾਤੀ ਰੁਕ ਜਾਓ। ਪਹਿਲਵਾਨ ਨੂੰ ਰਾਤੀ ਰੁਕਣ ਲਈ ਕਿਹਾ ਤੇ ਕਿਹਾ ਕਿ ਦਿਨ ਚੜ੍ਹਦੇ ਨੂੰ ਅਗਲੇ ਦਿਨ ਸਾਰੀ ਗੱਲ ਨਜਿੱਠ ਲਵਾਂਗੇ, ਅਗਲੇ ਦਿਨ ਇਸ ਬਾਰੇ ਗੱਲ ਕਰਾਂਗੇ। ਤੇ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਚੌਧਰੀ ਚੜ੍ਹਤ ਸਿੰਘ ਬਾਬੇ ਪੁੰਨੂ ਕੋਲ ਆਇਆ ਤੇ ਉਸਨੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾਇਆ। ਇੱਜ਼ਤ ਦਾ ਵਾਸਤਾ ਕਿਉਂ ਪਾਇਆ? ਕਿਉਂਕਿ ਪੱਕੀ ਰਸਦ ਦੇਣਾ ਜੇ ਪਹਿਲਵਾਨ ਨੂੰ ਦਿੱਤੀ ਗਈ ਤੇ ਇਸ ਦਾ ਇਹ ਮਤਲਬ ਹੈ ਕਿ ਜਿਹੜਾ ਪਹਿਲਵਾਨ ਨੇ ਪਿੰਡ ਫਤਿਹ ਕਰ ਲਿਆ, ਪਹਿਲਵਾਨ ਨੇ ਪਿੰਡ ਜਿੱਤ ਲਿਆ, ਉਸ ਉੱਪਰ ਜਿੱਤ ਪ੍ਰਾਪਤ ਕੀਤੀ ਹੈ। ਤੇ ਇਸ ਕਰਕੇ ਚੌਧਰੀ ਨੇ ਬਾਬੇ ਪੁੰਨੂ ਨੂੰ ਪਿੰਡ ਦੀ ਇੱਜ਼ਤ ਦਾ ਵਾਸਤਾ ਪਾਇਆ ਤੇ ਬਾਬੇ ਪੁੰਨੂ ਨੂੰ ਪਹਿਲਵਾਨ ਨਾਲ ਘੁਲਣ ਲਈ ਕਿਹਾ। ਤੇ ਹੁਣ ਬਾਬੇ ਪੁੰਨੂ ਨੇ ਕੀ ਸੋਚਿਆ? ਬਾਬੇ ਪੁੰਨੂ ਨੇ ਸੋਚਿਆ ਕਿ ਚੌਧਰੀ ਬਹੁਤ ਹੀ ਮਾਣ ਨਾਲ ਆਇਆ ਅਤੇ ਚੌਧਰੀ ਨੂੰ ਮਨਾ ਕਰਨਾ ਵੀ ਬਹੁਤ ਔਖਾ। ਤੇ ਇਸ ਕਰਕੇ ਉਸਨੇ ਚੌਧਰੀ ਨੂੰ ਕਿਹਾ ਕਿਤੇ ਸੁੱਕੀ ਹੱਡੀ ਹੀ ਨਾ ਮਰਵਾ ਦੇਵੀਂ, ਮੈਨੂੰ ਪਹਿਲਵਾਨ ਤੋਂ ਕਿਤੇ ਸੁੱਕੀ ਹੱਡੀ ਹੀ ਨਾ ਮਰਵਾ ਦੇਵੀਂ। ਤੇ ਚੌਧਰੀ ਨੇ ਕੀ ਕਿਹਾ? ਚੌਧਰੀ ਨੇ ਕਿਹਾ ਕਿ ਤੂੰ ਫਿਕਰ ਨਾ ਕਰ, 1-2 ਦਿਨ ਤੈਨੂੰ ਤਿਉੜ ਕਰਕੇ ਦਾ ਅਰਥ ਹੈ ਘਿਓ ਪਾ ਕੇ ਮੋਠ ਬਾਜਰੇ ਦੀ ਰੱਜਵੀਂ ਖਿਚੜੀ ਭੇਜਦਾ ਰਵਾਂਗਾ।
ਤੇ ਇਸ ਤਰ੍ਹਾਂ ਚੌਧਰੀ ਚੜ੍ਹਤ ਸਿੰਘ ਨੇ ਬਾਬੇ ਪੁੰਨੂ ਨੂੰ ਪਹਿਲਵਾਨ ਨਾਲ ਘੁਲਣ ਦੀ ਮਨਾਇਆ। ਤੇ ਹੁਣ ਅਗਲੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਕੀ ਕਿਹਾ? ਤੇ ਅਗਲੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਕਿਹਾ ਕਿ ਅਸੀਂ ਪੱਕੀ ਰਸਦ ਤੁਹਾਨੂੰ ਨਹੀਂ ਦੇਵਾਂਗੇ, ਕਿਉਂਕਿ ਪੱਕੀ ਰਸਦ ਦੇਣ ਦੀ ਥਾਂ ਤੁਹਾਡੇ ਨਾਲ ਕੋਈ ਦੋ ਹੱਥ ਕਰੇਗਾ। ਕਿਉਂ ਕਰੇਗਾ? ਕਿਉਂਕਿ ਪੱਕੀ ਰਸਦ ਦੇਣ ਵਿੱਚ ਪਿੰਡ ਵਾਲੇ ਆਪਣੀ ਬਦਨਾਮੀ ਸਮਝਦੇ ਹਨ। ਬਦਨਾਮੀ ਕੋ ਸਮਝਦੇ ਹਨ? ਕੀ ਮੰਨਿਆ ਜਾਏਗਾ ਵੀ ਪਹਿਲਵਾਨ ਨੇ ਪਿੰਡ ਨੂੰ ਫਤਿਹ ਕਰ ਲਿਆ, ਕਿ ਉਸ ਉੱਪਰ ਜਿੱਤ ਪ੍ਰਾਪਤ ਕਰ ਲਈ। ਤੇ ਹੁਣ ਕੁਸ਼ਤੀ ਦਾ ਦਿਨ ਆ ਗਿਆ। ਤੇ ਕੁਸ਼ਤੀ ਵਾਲੇ ਦਿਨ ਕੀ ਹੋਇਆ? ਤੇ ਕੁਸ਼ਤੀ ਵਾਲੇ ਦਿਨ ਪਹਿਲਵਾਨ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਸਨ ਕਿ ਇਸ ਨਾਲ ਕੌਣ ਘੁਲੇਗਾ। ਪਹਿਲਵਾਨ ਦਾ ਸਰੀਰ ਨਾਗ ਵਾਂਗ ਲਿਸ਼ਕਦਾ ਸੀ। ਲਿਸ਼ਕ ਕਿਉਂ ਰਿਹਾ ਸੀ ਪਹਿਲਵਾਨ ਦਾ ਸਰੀਰ? ਕਿਉਂਕਿ ਉਸਨੇ ਆਪਣੇ ਸਰੀਰ ਉੱਪਰ ਤੇਲ ਲਾਇਆ ਹੋਇਆ ਸੀ। ਤੇ ਬਾਬਾ ਪੁੰਨੂ ਇੱਕ ਪਾਸੇ ਖੇਸ ਦੀ ਬੁੱਕਲ ਮਾਰੀ, ਖੇਸ ਨੂੰ ਲਪੇਟ ਕੇ ਇਸ ਤਰ੍ਹਾਂ ਬੈਠਾ ਸੀ। ਤੇ ਹੁਣ ਬਾਬੇ ਪੁੰਨੂ ਦਾ ਸਰੀਰ ਖੁਰਦਰਾ ਸੀ, ਕਿਉਂਕਿ ਉਸਨੇ ਤੇਲ ਨਹੀਂ ਸੀ ਲਾਇਆ, ਪਰ ਪਹਿਲਵਾਨ ਦਾ ਸਰੀਰ ਔਰ ਲਿਸ਼ਕ ਰਿਹਾ ਸੀ। ਤੇ ਉਸ ਬਾਬੇ ਪੁੰਨੂ ਨੂੰ ਦੇਖ ਕੇ ਕਿ ਪਹਿਲਵਾਨ ਕਾफ़ੀ ਤੇਜ਼ ਹੱਸਿਆ ਕਿ ਇਹ ਮੇਰੇ ਨਾਲ ਲੜੂਗਾ। ਤੇ ਉਸਨੇ ਕਿਹਾ ਕਿ ਕਿਉਂ ਵਿਚਾਰੇ ਗਰੀਬ ਕਿਸਾਨ ਨੂੰ ਮਰਵਾਉਣ ਲੱਗੇ ਹੋ, ਕਿਸੇ ਪਹਿਲਵਾਨ ਨੂੰ ਕੱਢੋ ਕਿ ਮੈਂ ਪਹਿਲਵਾਨ ਨਾਲ ਦੋ ਹੱਥ ਕਰਾਂਗਾ। ਤੇ ਬਾਬੇ ਪੁੰਨੂ ਨੇ ਕੀ ਕਿਹਾ? ਬਾਬੇ ਪੁੰਨੂ ਨੇ ਕਿਹਾ ਕਿ ਅਸੀਂ ਪਹਿਲਵਾਨ ਨੂੰ ਫੇਰ ਕੱਢਾਂਗੇ, ਤੂੰ ਪਹਿਲਾਂ ਮੇਰੇ ਅਖੜ ਜੇ ਬੰਦੇ ਨਾਲ ਹੀ ਮੁਕਾਬਲਾ ਕਰ ਲੈ, ਪਹਿਲਾਂ ਮੇਰੇ ਨਾਲ ਹੀ ਮੁਕਾਬਲਾ ਕਰ ਲੈ, ਉਸ ਤੋਂ ਬਾਅਦ ਅਸੀਂ ਪਹਿਲਵਾਨ ਨੂੰ ਕੱਢਾਂਗੇ। ਤੇ ਫਿਰ ਕੀ ਹੋਇਆ? ਫਿਰ ਕੁਸ਼ਤੀ ਸ਼ੁਰੂ ਹੁੰਦੀ ਹੈ। ਤੇ ਬਾਬੇ ਪੁੰਨੂ ਨੇ ਇੱਕ ਦੋ ਆਰੰਭਿਕ ਹੱਥ ਕੀਤੇ, ਥੋੜੀ ਜਿਹੀ ਕੁਸ਼ਤੀ ਕੀਤੀ। ਤੇ ਉਸ ਤੋਂ ਬਾਅਦ ਬਾਬੇ ਪੁੰਨੂ ਨੇ ਪਹਿਲਵਾਨ ਦੀ ਠੋਡੀ ਹੇਠਾਂ ਆਪਣੀ ਕੂਣੀ ਦਾ ਹੌੜਾ ਦੇ ਕੇ ਪਹਿਲਵਾਨ ਨੂੰ ਤਾਂ ਚੁੱਕ ਲਿਆ, ਵੀ ਇਸ ਤਰ੍ਹਾਂ ਪਹਿਲਵਾਨ ਨੂੰ ਚੁੱਕ ਲਿਆ। ਤੇ ਇਸ ਤਰ੍ਹਾਂ ਚੁੱਕਿਆ ਕਿ ਪਹਿਲਵਾਨ ਦਾ ਸਾਰਾ ਭਾਰ ਉਸਦੀ ਠੋਡੀ ਅਤੇ ਗਰਦਨ ਉੱਤੇ ਆ ਗਿਆ ਤੇ ਉਹ ਹਵਾ ਵਿੱਚ ਲਟਕ ਰਿਹਾ। ਤੇ ਉਸਦੀਆਂ ਅੱਖਾਂ ਦੇ ਆਨੇ ਬਾਹਰ ਆ ਗਏ ਤੇ ਉਸਦਾ ਸਿਰ ਚਕਰਾ ਗਿਆ। ਤੇ ਪਹਿਲਵਾਨ ਉਸ ਤੋਂ ਬਾਅਦ ਕੀ ਹੋਇਆ? ਪਹਿਲਵਾਨ ਨੇ ਆਪਣੀ ਜਾਨ ਬਖਸ਼ਾਉਣ ਦੇ ਵਾਸਤੇ ਭੱਜ ਕੇ ਬਾਬੇ ਤੋਂ ਖਹਿੜਾ ਛੁਡਾਇਆ। ਤੇ ਬਾਬੇ ਪੁੰਨੂ ਨੇ ਕਿਹਾ ਕਿ ਅਸੀਂ ਤਾਂ ਹਲੇ ਕੁੱਲੇ ਹੀ ਨਹੀਂ। ਤੇ ਹੋਇਆ ਕਿ ਲੋਕ ਪਹਿਲਵਾਨ ਨੂੰ ਘੇਰ ਕੇ ਅਖਾੜੇ ਵਿੱਚ ਖਿੱਚਣ, ਕਿ ਪਹਿਲਵਾਨ ਭੱਜ ਰਿਹਾ ਸੀਗਾ ਤੇ ਲੋਕ ਪਹਿਲਵਾਨ ਨੂੰ ਘੇਰ ਕੇ ਅਖਾੜੇ ਵਿੱਚ ਖਿੱਚਣ। ਤਾਂ ਪਹਿਲਵਾਨ ਭੱਜਣ ਦਾ ਰਾਹ ਲੱਭੇ ਕਿ ਇੱਧਰ ਉੱਧਰ ਭੱਜਦਾ ਰਿਹਾ ਕਿ ਮੈਂ ਉਸਨੇ ਕੁਸ਼ਤੀ ਕਰਨੀ ਨਹੀਂ। ਤੇ ਐਂਡ ਵਿੱਚ ਕੀ ਹੋਇਆ? ਆਖਿਰ ਪਹਿਲਵਾਨ ਆਪਣਾ ਲੂੰਗ ਲਾਣਾ, ਆਪਣਾ ਸਾਰਾ ਸਮਾਨ ਛੱਡ ਕੇ ਭੱਜ ਗਿਆ ਅਤੇ ਬਾਬੇ ਪੁੰਨੂ ਦੀ ਜੈ ਜੈਕਾਰ ਹੋਈ। ਤੇ ਦੋਸਤੋ ਇਹ ਤਾਂ ਸੀਗਾ ਬਹੁਤ ਇੰਪੋਰਟੈਂਟ ਤੇ ਵਧੀਆ ਦੂਜਾ ਕਿੱਸਾ ਬਾਬੇ ਪੁੰਨੂ ਦਾ। ਤੇ ਉਸ ਤੋਂ ਬਾਅਦ ਸਾਨੂੰ ਇੱਕ ਹੋਰ ਕਿੱਸਾ ਦੱਸਿਆ ਗਿਆ। ਤੇ ਕੀ ਹੋਇਆ ਸੀਗਾ ਕਿ ਇੱਕ ਵਾਰੀ ਸ਼ਤੂਤ ਦਾ ਦਰਖਤ ਹਨੇਰੀ ਕਰਕੇ ਡਿੱਗ ਪਿਆ ਸੀ ਤੇ ਉਸ ਦੀਆਂ ਜੜ੍ਹਾਂ ਧਰਤੀ ਤੋਂ ਬਾਹਰ ਆ ਗਈਆਂ ਸੀਗੀਆਂ ਤੇ ਵੱਖਰੀਆਂ ਨਾ ਹੋਣ। ਕੀ ਹੋਇਆ ਕਿ ਦਰਖਤ ਡਿੱਗ ਗਿਆ ਤੇ ਉਸ ਦੀ ਜੜ੍ਹਾਂ ਬਾਹਰ ਆ ਗਈਆਂ ਪਰ ਧਰਤੀ ਤੋਂ ਵੱਖਰੀਆਂ ਨਹੀਂ ਸੀ ਹੋਈਆਂ। ਤਾਂ ਲੋਕ ਸੋਚ ਰਹੇ ਸਨ ਕਿ ਇਸ ਨੂੰ ਛਾਂਗੀਏ, ਇਸ ਨੂੰ ਉੱਪਰੋਂ ਕੱਟੀਏ ਜਾਂ ਜੜ੍ਹਾਂ ਤੋਂ ਹੀ ਵੱਢ ਦਈਏ ਤਾਂ ਕਿ ਰਸਤਾ ਸਾਫ਼ ਹੋ ਸਕੇ। ਤੇ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਬਾਬੇ ਤੋਂ ਪੁੱਛਿਆ ਗਿਆ ਤੇ ਬਾਬੇ ਨੇ ਕੀ ਕਿਹਾ? ਬਾਬੇ ਨੇ ਕਿਹਾ ਕਿ ਇਸ ਨੂੰ ਖਿੱਚ ਕੇ ਘਰ ਹੀ ਲੈ ਜਾਓ ਤੇ ਛਾਂਗ ਛਟਾਈ, ਇਸ ਦੀ ਕਟਾਈ ਬਾਅਦ ਵਿੱਚ ਹੁੰਦੀ ਰਹੇਗੀ। ਤੇ ਲੋਕਾਂ ਨੇ ਕਿਹਾ ਕਿ ਜੇ ਤੂੰ ਸ਼ਤੂਤ ਨੂੰ ਖਿੱਚ ਕੇ ਲੈ ਗਿਆ ਤਾਂ ਤੇਰਾ। ਤੇ ਬਾਬੇ ਨੇ ਕੀ ਕੀਤਾ? ਬਾਬੇ ਨੇ ਸ਼ਤੂਤ ਦੇ ਦਰਖਤ ਨੂੰ ਹਿਲਾਇਆ ਤੇ ਉਹ ਖਿੱਚ ਕੇ ਉਸ ਨੂੰ ਆਪਣੇ ਘਰ ਹੀ ਲੈ ਗਿਆ। ਤੇ ਇਸ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਦਾ ਇੱਕ ਹੋਰ ਕਿੱਸਾ ਦੱਸਿਆ ਗਿਆ। ਤੇ ਕੀ ਹੋਇਆ ਸੀਗਾ? ਇੱਕ ਵਾਰੀ ਬਾਬਾ ਦਾਸ ਮਹਿਰੇ ਵਿੱਚ ਜੰਗਲ ਵਿੱਚ ਡੰਗਰਾਂ ਨੂੰ ਵਗ ਵਿੱਚ ਰਲਾਉਣ ਲਈ ਗਿਆ ਤੇ ਉੱਥੇ ਨੇ ਕਿੱਕਰ ਦੀ ਬਹੁਤ ਹੀ ਵੱਡੀ ਲੱਕੜ ਪਈ ਸੀ। ਤੇ ਉਸ ਸਮੇਂ ਕੀ ਹੁੰਦਾ ਸੀਗਾ ਕਿ ਉਸ ਸਮੇਂ ਲੱਕੜ ਦੀ ਚੋਰੀ ਉਹ ਆਮ ਮੰਨੀ ਜਾਂਦੀ ਸੀਗੀ ਤੇ ਕੋਈ ਉੱਧਰ ਲੱਕੜ ਰੱਖ ਗਿਆ ਸੀਗਾ ਕਿ ਜਦੋਂ ਸਾਡਾ ਦਾਲ ਲੱਗੇਗਾ, ਜਦੋਂ ਸਾਨੂੰ ਮੌਕਾ ਮਿਲੂਗਾ ਅਸੀਂ ਉਸ ਨੂੰ ਲੈ ਜਾਵਾਂਗੇ। ਤੇ ਬਾਬੇ ਦਾਸ ਨੇ ਚੌਧਰੀ ਨੂੰ ਕੀ ਕਿਹਾ? ਤੇ ਬਾਬੇ ਦਾਸ ਨੇ ਚੌਧਰੀ ਨੂੰ ਕਿਹਾ ਕਿ ਇਹ ਟੰਬਾ ਦਾ ਅਰਥ ਹੁੰਦਾ ਛੋਟੀ ਜਿਹੀ ਲੱਕੜ ਹੈ। ਇਹ ਟੰਬਾ ਕਿਸ ਦਾ? ਛੋਟੀ ਜਿਹੀ ਲੱਕੜ ਕਿਸ ਦੀ ਹੈ? ਤੇ ਚੌਧਰੀ ਨੇ ਮਜ਼ਾਕ ਵਿੱਚ ਕਹਿ ਦਿੱਤਾ ਕਿ ਜਿਹੜਾ ਲੈ ਗਿਆ ਉਸ ਦੀ ਹੈ। ਤਾਂ ਪਹਿਲਾਂ ਤੇ ਬਾਬੇ ਨੇ ਮਜ਼ਾਕ ਕੀਤਾ ਕਿ ਵੱਡੀ ਲੱਕੜ ਨੂੰ ਛੋਟੀ ਜਿਹੀ ਲੱਕੜ ਟੰਬਾ ਕਹਿ ਦਿੱਤਾ ਤੇ ਬਾਅਦ ਵਿੱਚ ਚੌਧਰੀ ਨੇ ਵੀ ਮਖੌਲ ਕੀਤਾ ਵੀ ਜੋ ਲੈ ਗਿਆ ਉਸ ਦਾ। ਤੇ ਉਸ ਤੋਂ ਬਾਅਦ ਕੀ ਹੋਇਆ? ਤੇ ਬਾਬੇ ਨੇ ਚੌਧਰੀ ਨੂੰ ਕਿਹਾ ਕਿ ਚੌਧਰੀ ਬੁਰਾ ਨਾ ਮਨਾਉਣਾ। ਤੇ ਬਾਬੇ ਨੇ ਕੀ ਕੀਤਾ? ਆਪਣਾ ਮੋਢਾ ਹੇਠਾਂ ਕੀਤਾ ਤੇ ਜਿਹੜੀ ਲੱਕੜ ਪਈ ਸੀ, ਕਿੱਕਰ ਦੀ ਗਿੱਲੀ ਪਈ ਸੀ, ਉਸਨੂੰ ਇਸ ਤਰ੍ਹਾਂ ਚੁੱਕ ਲਿਆ ਤੇ ਉਹ ਆਪਣੇ ਨਾਲ ਆਪਣੇ ਘਰੇ ਹੀ ਲੈ ਗਿਆ। ਤੇ ਉਸ ਲੱਕੜ ਦੀ ਲਟੈਣ ਸ਼ਤੀਰ ਚੜਾਈ ਗਈ, ਜਿਹੜੀ ਅਸੀਂ ਛੱਤ ਵਿੱਚ ਲਟੈਣ ਚੜਾਉਂਦੇ ਹਾਂ ਤੇ ਉਸਦੀ ਉਹ ਚੜਾਈ ਗਈ। ਤੇ ਹੁਣ 80-90 ਸਾਲਾਂ ਬਾਅਦ ਕੀ ਹੋਇਆ? 80-90 ਸਾਲਾਂ ਬਾਅਦ ਜਦੋਂ ਲੱਕੜ ਗਲ ਗਈ, ਖਰਾਬ ਹੋ ਗਈ, ਉਸਨੂੰ ਦੀਮਕ ਵਗੈਰਾ ਲੱਗ ਗਿਆ ਤਾਂ ਉਸਨੂੰ ਉਤਾਰਨ ਦਾ ਸਮਾਂ ਆ ਗਿਆ। ਤਾਂ 8-10 ਗੱਭਰੂ ਉਸਨੂੰ ਉਤਾਰਨ ਲਈ ਇਕੱਠੇ ਕਰਨੇ ਪਏ ਤੇ ਉਹ ਜਿਹੜੀ ਲੱਕੜ ਹੈ ਬਾਬਾ ਇਕੱਲਾ ਹੀ ਚੁੱਕ ਕੇ ਲਿਆ ਸੀਗਾ ਤੇ ਉਸਨੇ ਇਕੱਲੇ ਸ਼ਤੀਰ ਚੜਾਏ ਸੀ। ਤੇ ਹੁਣ ਉਸ ਤੋਂ ਬਾਅਦ ਕੀ ਹੋਇਆ? ਤੇ ਉਹ ਬੰਦੇ ਕੀ ਕਰਦੇ, 8-10 ਗੱਭਰੂ ਕੀ ਕਰਦੇ ਸਨ ਕਿ ਉਹ ਨਾਲ ਲੱਕੜ ਉਤਾਰਦੇ, ਨਾਲ ਬਾਬੇ ਦੇ ਗੁਣ ਗਾਉਂਦੇ ਸਨ। ਤੇ ਉਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਸਿਰਫ ਬਾਬੇ ਹੀ ਇੰਨੇ ਤਾਕਤਵਰ ਨਹੀਂ ਸਨ, ਉਹਨਾਂ ਦੀਆਂ ਭੈਣਾਂ ਵੀ ਬਹੁਤ ਤਾਕਤਵਰ ਸਨ। ਤੇ ਫਿਰ ਉਹਨਾਂ ਦੀਆਂ ਭੈਣਾਂ ਦੇ ਕਿੱਸੇ ਦੱਸੇ ਗਏ ਨੇ। ਤੇ ਕੀ ਹੋਇਆ ਕਿ ਇੱਕ ਵਾਰ ਘਰ ਦੇ ਜੀ ਜਵਾਰ ਦੇ ਸਿਰ 'ਤੇ ਡੂੰਘ ਰਹੇ ਸਨ। ਤੇ ਜਵਾਰ ਦੀ ਫੋਟੋ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਜਾਏਗੀ। ਤੇ ਜਵਾਰ ਦਾ ਸਿੱਟਾ ਡੂੰਘੜਾ ਕੀ ਹੁੰਦਾ? ਜਿਹੜਾ ਇਸ ਦਾ ਉੱਪਰਲਾ ਹਿੱਸਾ ਹੁੰਦਾ ਉਸਨੂੰ ਤੋੜਨਾ ਤੇ ਚੱਦਰ ਵਿੱਚ ਪਾਉਣਾ ਤੇ ਉਸਨੂੰ ਕਹਿੰਦੇ ਹਨ ਕਿ ਜਵਾਰ ਦਾ ਸਿੱਟਾ ਹੈ ਡੂੰਘਿਆ ਜਾ ਰਿਹਾ। ਤੇ ਘਰ ਦੇ ਜੀ ਜਵਾਰ ਦੇ ਸਿੱਟੇ ਡੂੰਘ ਰਹੇ ਸਨ
ਤੇ ਛੋਟੀ ਭੈਣ ਰੋਟੀ ਦੇਣ ਆਈ ਕਰਦੇ ਜੀਆਂ ਤੋਂ, ਤੇ ਨਾਲ ਸਿੱਟਿਆਂ ਦੀ ਬੰਨੀ ਭਾਂਡੋ ਚਾਦਰ ਜਿਸ ਵਿੱਚ ਸਿੱਟੇ ਤੋੜ ਕੇ ਰੱਖੇ ਗਏ ਸਨ ਉਹ ਲੈ ਗਈ। ਤੇ ਜਦੋਂ ਘਰ ਜਾ ਕੇ ਦੇਖਿਆ ਤਾਂ ਉਹ 5 ਮਣ ਕੱਚੀ ਸੀ, ਤੇ 1 ਮਣ ਹੁੰਦਾ 40 ਕਿਲੋ, ਤੇ 5 ਮਣ ਹੋ ਗਿਆ 200 ਕਿਲੋ, ਤੇ 200 ਕਿਲੋ ਕੱਚੀ ਸੀ। ਕੱਚੀ ਦਾ ਕੀ ਅਰਥ ਹੈ ਕਿ ਜਦੋਂ ਉਸ ਜਵਾਰ ਦੇ ਤਿਨਕੇ ਵਗੈਰਾ ਨੂੰ ਅਲੱਗ ਕੀਤੇ ਗਏ ਤਾਂ 200 ਕਿਲੋ ਤਾਂ ਉਹ ਕੱਚੀ ਨਿਕਲੀ, ਮਤਲਬ ਕਿ ਉਹ 200 ਕਿਲੋ ਤੋਂ ਵੀ ਜ਼ਿਆਦਾ ਆਪਣੇ ਨਾਲ ਇੱਕ ਹੀ ਵਾਰੀ ਵਿੱਚ ਲੈ ਆਈ ਸੀ। ਤੇ ਉਸ ਤੋਂ ਬਾਅਦ ਸਾਨੂੰ ਦੂਜੀ ਭੈਣ ਦਾ ਕਿੱਸਾ ਦੱਸਿਆ ਗਿਆ ਕਿ ਇੱਕ ਵਾਰੀ ਬਾਬਿਆਂ ਦੀ ਦੂਜੀ ਭੈਣ ਜੋ ਕਿ ਚੜਿਕ ਵਿਆਹੀ ਹੋਈ ਸੀ, ਤੇ ਉਹ ਆਪਣੀ ਸੱਸ ਦੇ ਨਾਲ ਜਾ ਰਹੀ ਸੀ, ਤੇ ਉਸਨੇ ਨਾ ਰਸਤੇ ਵਿੱਚ ਮੁਗਦਰ ਦੇਖਿਆ। ਮੁਗਦਰ ਉਹ ਹੁੰਦਾ ਜੋ ਪਹਿਲਵਾਨ ਵਗੈਰਾ ਯੂਜ਼ ਕਰਦੇ ਹਨ, ਤੇ ਉਸਦੀ ਫੋਟੋ ਵੀ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਹੈ, ਉਹ ਆ ਰਹੀ ਹੈ। ਤੇ ਕੀ ਹੋਇਆ ਕਿ ਉਹ ਆਪਣੀ ਸੱਸ ਦੇ ਨਾਲ ਜਾ ਰਹੀ ਸੀ, ਤੇ ਕਈ ਮੁੰਡੇ ਮੁਗਦਰ ਨੂੰ ਵੇਖ ਰਹੇ ਸੀ, ਤੇ ਉਸਨੇ ਆਪਣੀ ਸੱਸ ਨੂੰ ਪੁੱਛਿਆ ਕਿ ਆਪਣੇ ਸੱਸ ਨੂੰ ਉਸਨੇ ਪੁੱਛਿਆ ਕਿ ਅੰਮਾ ਜੀ ਇਹ ਮੁੰਡੇ ਕੀ ਕਰਦੇ ਪਏ ਨੇ? ਤੇ ਸੱਸ ਨੇ ਕਿਹਾ ਕਿ ਇਹ ਜਿਹੜੇ ਬੰਦੇ ਨੇ, ਇਹ ਜਿਹੜੇ ਮੁੰਡੇ ਨੇ ਮੁਗਦਰ ਚੁੱਕਦੇ ਪਏ ਹਨ। ਤੇ ਪਿੰਡ ਦਾ ਪਹਿਲਵਾਨ ਬੜਾ ਨਰੋਆ ਹੈ ਕਿ ਪਹਿਲਵਾਨ ਤੋਂ ਇਲਾਵਾ ਕੋਈ ਵੀ ਬੰਦਾ ਮੁਗਦਰ ਨੂੰ ਚੁੱਕ ਨਹੀਂ ਸਕਦਾ। ਤੇ ਹੁਣ ਭੈਣ ਨੇ ਕੀ ਕੀਤਾ, ਭੈਣ ਨੇ ਮੁਗਦਰ ਚੁੱਕਿਆ ਤੇ ਕਿਹਾ ਕਿ ਅੰਮਾ ਜੀ ਇਸ ਨੂੰ ਮੁਗਦਰ ਆਖਦੇ ਨੇ, ਤੇ ਉਸਨੇ ਮੁਗਦਰ ਨੂੰ ਚੁੱਕ ਕੇ ਸੁੱਟ ਦਿੱਤਾ। ਤੇ 4-5 ਬੰਦੇ ਉਸ ਨੂੰ ਲੈ ਕੇ ਆਏ ਜੋ ਕਿ ਬਾਬਿਆਂ ਦੀ ਭੈਣ ਨੇ ਇਕੱਲੇ ਹੀ ਸੁੱਟਿਆ। ਫਿਰ ਅਗਲੇ ਦਿਨ ਕੀ ਹੋਇਆ, ਅਗਲੇ ਦਿਨ ਵੀ ਉਹ ਉਸੇ ਤਰ੍ਹਾਂ ਹੀ ਆਪਣੀ ਸੱਸ ਨਾਲ ਜਾ ਰਹੀ ਸੀ, ਤੇ ਉਸਨੇ ਫਿਰ ਮੁਗਦਰ ਚੁੱਕ ਕੇ ਸੁੱਟਤਾ, ਤੇ ਅਗਲੇ ਮਕਾਨ ਦੀ ਕੰਧ ਹੀ ਢਹਿ ਗਈ। ਤੇ ਪਹਿਲਵਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਬਾਬਿਆਂ ਦੀ ਭੈਣ ਨੇ ਮੁਗਦਰ ਨੂੰ ਚੁੱਕ ਕੇ ਸੁੱਟ ਦਿੱਤਾ, ਤੇ ਉਸਨੇ ਬਾਬਿਆਂ ਦੀ ਭੈਣ ਨੂੰ ਥਾਲੀ ਵਿੱਚ 101 ਰੁਪਏ ਦਿੱਤੇ, ਤੇ ਤਿਉਰ ਹੁੰਦਾ 3 ਕੱਪੜੇ, ਕਿਹੜੇ ਸਲਵਾਰ ਕਮੀਜ਼ ਤੇ ਚੁੰਨੀ, ਉਹ ਦੇ ਦਿੱਤੇ, ਅਤੇ ਉਸਨੇ ਪਹਿਲਵਾਨੀ ਵੀ ਛੱਡ ਦਿੱਤੀ, ਤੇ ਬਾਬਿਆਂ ਦੀ ਭੈਣ ਨੂੰ ਆਪਣੇ ਧਰਮ ਦੀ ਭੈਣ ਬਣਾ ਲਿਆ। ਤੇ ਜਦੋਂ ਤੱਕ ਉਹ ਪਹਿਲਵਾਨ ਜਿਉਂਦਾ ਰਿਹਾ, ਬਾਬਿਆਂ ਦੀ ਭੈਣ ਨੂੰ ਹਰ ਤਿਉਹਾਰ ਤੇ ਤਿਉਰ ਤੇ ਕੱਪੜੇ ਲੀੜੇ ਉਹ ਦਿੰਦਾ ਰਿਹਾ, ਕਿ ਹਰ ਤਿਉਹਾਰ ਤੇ ਉਸਨੂੰ ਕੱਪੜੇ ਆ ਉਹ ਦਿੰਦਾ ਰਿਹਾ। ਤੇ ਉਸ ਭੈਣ ਦੇ ਨਾ 2 ਪੁੱਤ ਹੋਏ, ਤੇ ਜਦੋਂ ਉਹ ਭੈਣ ਦੁੱਧ ਰਿੜਕਦੀ ਸੀ, ਦੁੱਧ ਵਿੱਚੋਂ ਦਹੀਂ, ਲੱਸੀ ਤੇ ਮੱਖਣ ਬਣਾਉਂਦੀ ਸੀ, ਪਨੀਰ ਬਣਾਉਂਦੀ ਸੀ, ਤਾਂ ਉਹ ਆਪਣੇ ਬੱਚਿਆਂ ਨੂੰ ਮੱਖਣ ਖਵਾਉਂਦੀ ਸੀ। ਤੇ ਇੱਕ ਪੁੱਤ ਉਹ ਨਾਮੀ ਪਹਿਲਵਾਨ ਹੋਇਆ, ਤੇ ਉਸ ਪੁੱਤ ਦਾ ਨਾਂ ਸੀਗਾ ਮੰਗਲ ਸਿੰਘ। ਤੇ ਮੰਗਲ ਸਿੰਘ ਉਹ ਪਹਿਲਵਾਨ ਇੱਕ ਵਾਰੀ ਆਪਣੇ ਮਾਮਿਆਂ ਦੇ ਲੇਖਕ ਦੇ ਵਡੇਰਿਆਂ ਦੇ ਪਿੰਡ ਆਇਆ, ਤੇ ਨਾ ਉਹ 1 ਮਹੀਨੇ ਲਈ ਉੱਥੇ ਰੁਕਿਆ, ਤੇ ਉਸਨੇ ਸਵਾ ਮਣ ਹੁੰਦਾ 50 ਕਿਲੋ 50 ਕਿਲੋ ਦੀ ਮੂੰਗਲੀਆਂ ਫੇਰਦਾ। ਮੂੰਗਲੀਆਂ ਕੀ ਹੁੰਦਾ ਕਿ 2 ਮੁਗਦਰ ਹੁੰਦੇ ਨੇ, ਉਹ ਇਸ ਤਰ੍ਹਾਂ ਚੁੱਕਦਾ, ਤੇ 1 ਕਿਲੋ ਇੱਕ ਮੁਗਦਰ 50 ਕਿਲੋ, ਦੂਜਾ ਵੀ 50 ਕਿਲੋ, ਤੇ ਇਸ ਤਰ੍ਹਾਂ ਉਹ ਮੂੰਗਲੀਆਂ ਫੇਰਦਾ ਸੀਗਾ ਕਿ ਉਹ 100 ਕਿਲੋ ਟੋਟਲ ਵਜ਼ਨ ਚੱਕਦਾ ਸੀਗਾ, ਇੱਕੋ ਹੀ ਵਾਰੀ ਵਿੱਚ ਮੂੰਗਲੀਆਂ ਫੇਰਦਾ ਸੀ। ਤੇ ਹੁਣ ਕੀ ਹੋਇਆ ਕਿ ਜਿਹੜੇ ਲੇਖਕ ਦੇ ਬਾਬੇ ਨੇ ਉਸ ਦੇਖਣ ਜਾ ਨਹੀਂ ਸੀ ਰਹੇ, ਤੇ ਚੌਧਰੀ ਨੇ ਕਿਹਾ ਕਿ ਤੂੰ ਵੀ ਉਸ ਨੂੰ ਮੂੰਗਲੀਆਂ ਫੇਰਦੇ ਦੇਖਣ ਜਾ, ਹੌਸਲਾ ਅਫਜ਼ਾਈ ਕਰ ਆਪਣੇ ਭਾਂਜੇ ਦੀ। ਤੇ ਫਿਰ ਬਾਬਾ ਵੀ ਚਲਾ ਗਿਆ। ਤੇ ਉਸ ਤੋਂ ਬਾਅਦ ਕੀ ਹੋਇਆ, ਬਾਬੇ ਨੂੰ ਦੇਖ ਕੇ ਮੰਗਲ ਸਿੰਘ ਨੇ 20-25 ਸੇਰ ਸੰਗਲ ਹੋਰ ਬਣਵਾ ਲਏ। ਵੀ ਪਹਿਲਾਂ ਹੀ ਉਸਨੇ 100 ਕਿਲੋ ਵਜ਼ਨ 50 ਕਿਲੋ ਦੀ ਮੂੰਗਲੀਆਂ ਮੁਗਦਰ ਉਹ ਚੁੱਕੇ ਹੋਏ ਨੇ, ਤੇ ਉਸਨੇ ਹੋਰ 20-25 ਸੇਰ ਸੰਗਲ ਬਣਵਾ ਲਏ, ਵਜ਼ਨ ਹੋਰ ਵਧਾ ਦਿੱਤਾ। ਤੇ ਉਸ ਤੋਂ ਬਾਅਦ ਕੀ ਹੋਇਆ, ਤੇ ਫਿਰ ਵੀ ਉਸਨੇ ਮੂੰਗਲੀਆਂ ਫੇਰੀਆਂ, ਤੇ ਬਾਬਾ ਕਾਫੀ ਖੁਸ਼ ਹੋ ਗਿਆ ਉਸਦੀ ਤਾਕਤ ਦੇਖ ਕੇ। ਤੇ ਬਾਬੇ ਨੇ ਮੰਗਲ ਸਿੰਘ ਨੂੰ ਚਾਂਦੀ ਦਾ ਡਬਲ ਰੁਪਈਆ ਦਿੱਤਾ, ਤੇ ਤੜੀ ਘਿਓ 5 ਕਿਲੋ ਘਿਓ ਦਿੱਤਾ, ਜੋ ਉਸ ਸਮੇਂ 3 ਰੁਪਏ ਦਾ ਸੀ, ਤੇ ਉਸ ਨੂੰ ਆਪਣੀ ਕੁੱਛੜ ਵਿੱਚ ਲੈ ਲਿਆ। ਤੇ ਹੁਣ ਐਂਡ ਵਿੱਚ ਲੇਖਕ ਇਹ ਕਹਿੰਦੇ ਹਨ, ਅੰਤ ਵਿੱਚ ਲੇਖਕ ਇਹ ਲਿਖਦੇ ਹਨ ਕਿ ਛੋਟੇ ਹੁੰਦਿਆਂ ਜਿੰਨਾ ਡਰ ਉਹਨੂੰ ਦਿਓਆਂ ਦੀ, ਰਾਖਸ਼ਾਂ ਦੀ ਕਹਾਣੀਆਂ ਸੁਣ ਕੇ ਲੱਗਦਾ ਸੀ, ਉਨਾ ਹੀ ਆਪਣੇ ਵਡੇਰਿਆਂ ਦੀ ਗੱਲਾਂ ਸੁਣ ਕੇ ਲੱਗਦਾ। ਤੇ ਹੁਣ ਲੇਖਕ ਨੂੰ ਖਿਆਲ ਆਉਂਦਾ ਕਿ ਉਸਦੇ ਬਾਬੇ ਵੀ, ਉਸਦੇ ਵਡੇਰੇ ਵੀ ਕਿਤੇ ਦਿਓ ਦਾਨਵ ਤਾਂ ਨਹੀਂ ਸਨ। ਤੇ ਦੋਸਤੋ, ਇਹ ਸੀਗਾ ਪਾਠ ਮੇਰੇ ਵੱਡੇ ਵਡੇਰੇ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ, ਜਿਸ ਵਿੱਚ ਅਸੀਂ ਲੇਖਕ ਦੇ ਵਡੇਰਿਆਂ ਦੀਆਂ, ਉਸਦੇ ਦਾਦਿਆਂ ਦੀਆਂ, ਉਸਦੇ ਪੁਰਖਿਆਂ ਦੀਆਂ ਕਥਾਵਾਂ ਸੁਣੀਆਂ। ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ।